ਗੁਜਰੀ ਮਹਿਲਾ ਪੰਜਵਾਂ। ਆਪਣਾ ਗੁਰ ਸੇਵ ਸਦਹੀ, ਰਮੰ ਗੁਣ ਗੋਬਿੰਦ। ਸਾਸ ਸਾਸ ਅਰਾਧ ਹਰ ਹਰ, ਲਹਿ ਜਾਏ ਮਨ ਕੀ ਚਿੰਦ। ਮੇਰੇ ਮਨ ਜਾਪ ਪ੍ਰਭ ਕਾ ਨਾਉ, ਸੂਖ ਸਹਿਜ ਆਨੰਦ ਪਾਵੈ। ਮਿਲੀ ਨਿਰਮਲ ਥਾਉ ਰਹਾਉ, ਸਾਧ ਸੰਗ ਉਧਾਰ ਏ ਮਨ। ਆਠ ਪਹਿਰ ਆਰਾਧ, ਕਾਮ ਕ੍ਰੋਧ ਅਹੰਕਾਰ ਬਿਨਸੈ। ਮਿਟੈ ਸਗਲ ਉਪਾਧ, ਅਟਲ ਅਛੇਦ ਅਭੇਦ ਸੁਆਮੀ। ਸ਼ਰਨਤਾ ਕੀ ਆਓ, ਚਰਨ ਕਮਲ ਅਰਾਧ ਹਿਰਦੈ। ਏਕ ਸਿਉ ਲਿਵ ਲਾਓ, ਪਾਰ ਬ੍ਰਹਮ ਪ੍ਰਭ ਦਇਆ ਧਾਰੀ। ਬਖਸ਼ ਲੀਨੇ ਆਪ, ਸਰਬ ਸੁਖ ਹਰ ਨਾਮ ਜੀਆ। ਨਾਨਕ ਸੋ ਪ੍ਰਭ ਜਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਦਾਸ ਨੂੰ ਪਵਿੱਤਰ ਬਾਣੀ ਦਾ ਪਾਠ ਅਤੇ ਵਿਚਾਰ ਕਰਦਿਆਂ ਇਹ ਸਮਝ ਆਈ ਹੈ ਕਿ ਜੇ ਅਸੀਂ ਬਾਣੀ ਗੁਰੂ ਜੀ ਨੂੰ ਪਿਆਰ ਵਿੱਚ ਭਿੱਜ ਕੇ ਪੜ੍ਹੀਏ, ਪਾਠ ਕਰੀਏ, ਤੇ ਬਾਣੀ ਕਿਉਂਕਿ ਸਾਡੀ ਆਪਣੀ ਬੋਲੀ ਵਿੱਚ ਹੈ, ਬਾਣੀ ਨਾਲ ਪ੍ਰੇਮ ਕਰਕੇ ਬਾਣੀ ਦੀ ਸਮਝ ਆਉਂਦੀ ਹੈ। ਪਰ ਜਦੋਂ ਅਸੀਂ ਗਿਣਤੀਆਂ ਮਿਣਤੀਆਂ ਦੇ ਪਾਠ ਕਰਦੇ ਹਾਂ, ਕਿਉਂਕਿ ਦਾਸ ਵੀ ਉਸ ਕੈਟਾਗਰੀ ਵਿੱਚੋਂ ਲੰਘੇ, ਉਸ ਅਵਸਥਾ ਵਿੱਚੋਂ ਲੰਘੇ, ਬਈ ਤੂੰ 1 ਘੰਟੇ ਵਿੱਚ ਇੰਨੇ ਅੰਗ ਪਾਠ ਕਰਨੇ, ਤੂੰ ਪਾਠ ਦੀ ਲੇਟ ਕੱਢਣੀ ਹੈ, ਤੂੰ ਪਾਠ ਦਾ ਭੋਗ ਇੰਨੇ ਵਜੇ ਪਾਉਣਾ ਹੈ। ਇਹ ਸ਼ਰਤਾਂ ਜਦੋਂ ਸਾਹਮਣੇ ਹੁੰਦੀਆਂ ਨੇ, ਨਾ ਪਾਠ ਕੋਈ ਰਸ ਲੈਂਦਾ, ਨਾ ਪਾਠ ਸੁਣਨ ਅਤੇ ਸੁਣਾਉਣ ਦੀ ਕੋਈ ਮਰਿਆਦਾ ਰਹਿੰਦੀ। ਪਰ ਸੱਚਮੁੱਚ ਜੇ ਬਾਣੀ ਗੁਰੂ ਜੀ ਦਾ ਗਿਆਨ ਪ੍ਰਾਪਤ ਕਰਨਾ, ਫਿਰ ਤੇ ਬਾਣੀ ਨੂੰ ਪ੍ਰੇਮ ਨਾਲ ਸਹਿਜੇ ਸਹਿਜੇ ਸਮਝ ਕੇ ਪੜ੍ਹਨਾ ਪਵੇ। ਜੋ ਭਗਤ ਕਬੀਰ ਜੀ ਨੇ ਸਾਨੂੰ ਪ੍ਰੇਰਨਾ ਕੀਤੀ ਹੈ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ। ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਰਿੜਕਣ ਦਾ ਮਕਸਦ ਤੇ ਇਹ ਹੈ ਕਿ ਦੁੱਧ ਵਿੱਚੋਂ ਮੱਖਣ ਕੱਢਣਾ। ਤੇ ਦੁੱਧ ਵਿੱਚੋਂ ਮੱਖਣ ਕਿਵੇਂ ਨਿਕਲਦਾ ਹੈ, ਇਹ ਕਿਸੇ ਵੀ ਰਿੜਕਣ ਵਾਲੀ ਨੂੰ ਪੁੱਛ ਲਓ, ਉਹ ਦੱਸ ਦੇ। ਇਹ ਕੰਮ ਕਾਹਲੀ ਦਾ ਨਹੀਂ ਹੈ। ਹਰ ਕਾ ਬਿਲੋਮਨਾ ਮਨ ਕਾ ਵਿਚਾਰਾ, ਗੁਰ ਪ੍ਰਸਾਦ ਪਾਵੈ ਅੰਮ੍ਰਿਤ ਧਾਰਾ। ਜਿਹੜੇ ਤੇ ਬਾਣੀ ਨਾਲ ਜੁੜਦੇ ਨੇ, ਵਿਚਾਰਦੇ ਨੇ, ਉਹਨਾਂ ਨੂੰ ਛੇਤੀ ਸਮਝਾਂ। ਪਰ ਜਿਹੜੇ ਸਿਰਫ ਸਵਾਲ ਕਰਨ ਜੋਗੇ ਨੇ, ਉਹਨਾਂ ਨੂੰ ਫਿਰ ਭਗਤ ਜੀ ਹੋਰ ਕਿਰਪਾ ਕਰਕੇ ਸਮਝਾਉਂਦੇ। ਕਹਿੰਦੇ ਨੇ, ਜੇ ਤੁਸੀਂ ਹਰੀ ਦੇ ਨਾਮ ਦਾ ਰਿੜਕਣਾ ਤੇ ਤਨ ਕਰ ਮਟਕੀ, ਮਨ ਮਾਹੇ ਬਿਲੋਈ। ਇਸ ਮਟਕੀ ਮੈਂ ਸ਼ਬਦ ਸੰਜੋਈ। ਦੇਖੋ ਕਿਤਨੀ ਖੂਬਸੂਰਤ ਪ੍ਰੇਰਨਾ। ਆਪਣੇ ਤਨ ਨੂੰ ਮਟਕੀ ਬਣਾਓ, ਆਪਣੇ ਮਨ ਨੂੰ ਮਧਾਣੀ ਬਣਾਓ,
ਤੇ ਇਸ ਤਨ ਰੂਪੀ ਮਟਕੀ ਵਿੱਚ ਗੁਰੂ ਦਾ ਸ਼ਬਦ ਰੂਪੀ ਪਦਾਰਥ ਪਾਓ। ਫਿਰ ਇਸ ਨੂੰ ਸਹਿਜੇ ਸਹਿਜੇ ਰਿੜਕੋ। ਫਿਰ ਇਹਦੇ ਚੋਂ ਮੱਖਣ ਨਾ ਨਿਕਲੇ, ਤੱਤ ਵਸਤੂ ਨਾ ਮਿਲੇ, ਫਿਰ ਅਸੀਂ ਕਹਿ ਸਕਦੇ। ਲਓ ਹੁਣ ਜਿਹੜਾ ਸ਼ਬਦ ਜਿਸ ਦਾ ਪਾਠ ਤੁਸੀਂ ਸੁਣਿਆ, ਇਹ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰੇ ਮਨ ਜਾਪ ਪ੍ਰਭ ਕਾ ਨਾਉ। ਇੱਕ ਹੋਰ ਬੜਾ ਲਾਭ ਹੋਇਆ ਕਿ ਜਿਉਂ-ਜਿਉਂ ਬਾਣੀ ਦੀਆਂ ਲਗਾ ਮਾਤਰਾਂ ਬਾਰੇ ਦੱਸਿਆ ਜਾਂਦਾ ਤੇ ਹੁਣ ਸੰਗਤਾਂ ਨੂੰ ਸਮਝ ਆਉਣ ਲੱਗ ਪਈ ਕਿ ਮਨ ਨੰਨਾ ਮੁਕਤਾ ਹੈ, ਮਨ ਨੰਨੇ ਨੂੰ ਔਂਕੜ ਹੈ, ਮਨ ਨੰਨੇ ਨੂੰ ਸਿਹਾਰੀ ਹੈ। ਉਚਾਰਨ ਤਿੰਨਾਂ ਦਾ ਮਨ ਹੈ, ਪਰ ਇਹਨਾਂ ਲਗਾ ਮਾਤਰਾਂ ਦੇ ਲੱਗਣ ਤੇ ਹਟਣ ਨਾਲ ਇਹਦੇ ਅਰਥ ਬਦਲ ਜਾਂਦੇ। ਹੁਣ ਇੱਥੇ ਰਹਾਉ ਦੀ ਪੰਕਤੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਮੇਰੇ ਮਨ ਜਾਪ ਪ੍ਰਭ ਕਾ ਨਾਉ। ਇੱਥੇ ਮਨ ਦਾ ਨੰਨਾ ਮੁਕਤਾ ਹੈ, ਇਹ ਮਨ ਸੰਬੋਧਨ ਹੈ। ਕਾਸ਼ ਅਸੀਂ ਸਾਰੇ ਬਾਣੀ ਦਾ ਪਾਠ ਕਰਨ ਵਾਲੇ ਇਸ ਤਰ੍ਹਾਂ ਆਪਣੇ ਮਨ ਨੂੰ ਸੰਬੋਧਨ ਕਰੀਏ, ਫਿਰ ਮਨ ਜ਼ਰੂਰ ਸਾਡਾ ਸਾਥ ਦੇਵੇਗਾ, ਫਿਰ ਮਨ ਸਾਡਾ ਜੁੜੇਗਾ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਕਿਤਨੇ ਜਗ੍ਹਾ ਤੇ ਬਾਣੀ ਵਿੱਚ ਮਨ ਨੂੰ ਸੰਬੋਧਨ ਕੀਤਾ। ਮੇਰੇ ਮਨ ਜਾਪ ਪ੍ਰਭ ਕਾ ਨਾਉ। ਹੈ ਮੇਰੇ ਮਨ ਜਾਪ। ਹੁਣ ਜਾਪ ਦੇ ਪੱਪੇ ਨੂੰ ਸਿਹਾਰੀ ਹੈ, ਜਪਣਾ ਕਰ ਪ੍ਰਭ ਕਾ ਨਾਮ, ਪਰਮੇਸ਼ਵਰ ਦਾ ਨਾਮ ਜਪਣਾ ਕਰ। ਹਾਂ, ਮਨ ਦਾ ਸੁਭਾਵ ਹੈ, ਮਨ ਪਹਿਲਾਂ ਹੀ ਪੁੱਛਦਾ ਜੀ ਫਿਰ ਮੈਨੂੰ ਕੀ ਮਿਲੇਗਾ। ਜਿਵੇਂ ਬੱਚੇ ਨੂੰ ਮਾਂ ਕਵੇ ਕਿ ਬੇਟਾ ਆਹ ਕੰਮ ਕਰ, ਤੇ ਬੱਚਾ ਸਹਿਜੀ ਕਹਿੰਦਾ ਮੰਮੀ ਮੈਨੂੰ ਕੀ ਮਿਲੇਗਾ। ਇਹ ਮਨ ਦਾ ਸੁਭਾਵ ਹੈ, ਚਾਹੇ ਮਨ ਮੇਰਾ ਹੈ ਚਾਹੇ ਤੁਹਾਡਾ। ਤਾਂ ਪਹਿਲੀ ਗੱਲ ਤਾਂ ਮਨ ਨੂੰ ਇਸ ਕਾਰਜ ਲਈ ਪ੍ਰੇਰਨਾ ਕਰਨੀ, ਤਿਆਰ ਕਰਨਾ। ਮੇਰੇ ਮਨ ਜਾਪ ਪ੍ਰਭ ਕਾ ਨਾਉ। ਤੇ ਜੇ ਮਨ ਪੁੱਛੇ ਵੀ ਫਿਰ ਮੈਨੂੰ ਕੀ ਲਾਭ ਹੋਵੇਗਾ, ਸੁਖ ਸਹਿਜ ਆਨੰਦ ਪਾਵੇਂ ਮਿਲੀ ਨਿਰਮਲ ਥਾਉ। ਆਖਿਆ ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ ਤੈਨੂੰ ਸੁੱਖ ਮਿਲੇਗਾ। ਸੁੱਖ ਵੀ ਕਈ ਤਰ੍ਹਾਂ ਦੇ ਨੇ। ਇੱਕ ਹਨ ਛਿਨ ਭੰਗਰ ਸੁੱਖ, ਇੱਕ ਹੈ ਸਦੀਵੀ ਤੇ ਸੱਚਾ ਸੁੱਖ। ਫਰਕ ਹੈ। ਛਿਨ ਭੰਗਰ ਸੁੱਖ ਜਿਹੜੇ ਨੇ ਉਹਨਾਂ ਦੀ ਵੀ ਤਸਵੀਰ ਮਹਾਰਾਜ ਨੇ ਖਿੱਚ ਕੇ ਦੱਸੀ। ਖਾਧਾ ਤੇ ਖਾਣ ਦਾ ਸੁੱਖ, ਸੁਣਿਆ ਤੇ ਸੁਣਨ ਦਾ ਸੁੱਖ, ਦੇਖਿਆ ਤੇ ਦੇਖਣ ਦਾ ਸੁੱਖ, ਪਰ ਉਹ ਸਦੀਵੀ ਨਹੀਂ ਹੈ। ਆਖਿਆ ਜੇ ਤੂੰ ਪਰਮਾਤਮਾ ਦਾ ਨਾਮ ਜਪੇਂਗਾ, ਕਿਉਂਕਿ ਪਰਮਾਤਮਾ ਸਦੀਵੀ ਹੈ, ਉਹਦੇ ਨਾਮ ਵਿੱਚੋਂ ਜਿਹੜਾ ਸੁੱਖ ਮਿਲਦਾ ਉਹ ਸਦੀਵੀ। ਸੁਖ ਸਹਿਜ ਆਨੰਦ ਪਾਵੇਂ। ਇਹ ਹੁਣ ਅੱਖਰ ਤੇ ਤੁਸੀਂ ਸਾਰੇ ਸੁਣੇ ਹੋਏ, ਪਰ ਯਾਦ ਰੱਖੋ ਇਹ ਸਭ ਅਵਸਥਾ ਹੈ। ਇਹ ਆਨੰਦ, ਇਹ ਸਹਿਜ, ਇਹ ਸੁੱਖ ਕਿਸੇ ਦੁਕਾਨ ਤੋਂ ਨਹੀਂ ਮਿਲਦਾ। ਇਹ ਤਾਂ ਨਾਮ ਜਪ ਕੇ ਹੀ ਮਿਲ ਸਕਦੇ। ਮੇਰੇ ਮਨ ਜਾਪ ਪ੍ਰਭ ਕਾ ਨਾਉ। ਸੁਖ ਸਹਿਜ ਆਨੰਦ ਪਾਵੇਂ ਮਿਲੀ ਨਿਰਮਲ ਥਾਉ। ਫਿਰ ਤੈਨੂੰ ਨਿਰਮਲ ਉਹ ਥਾਉ, ਉਹ ਟਿਕਾਣਾ, ਉਹ ਅਵਸਥਾ, ਉਹ ਸਟੇਜ ਮਿਲ ਜਾਏਗੀ ਜੋ ਤੈਨੂੰ ਹਰ ਵੇਲੇ ਪਵਿੱਤਰ ਰੱਖੇ। ਭਾਵ ਤੇਰੇ ਮਨ ਵਿੱਚ ਕਦੇ ਮੰਦੇ ਵਿਚਾਰ ਫੁਰਨੇ ਆਉਣਗੇ ਨਹੀਂ। ਇਹ ਪਰਮਾਤਮਾ ਦੇ ਨਾਮ ਸਿਮਰਨ ਦੀ ਬਰਕਤ ਹੈ।
ਹੁਣ ਮਨੁੱਖ ਸਵਾਲ ਕਰਦਾ ਜੀ ਨਾਮ ਕਿਵੇਂ ਜਪਾਂ। ਇਹਦੇ ਲਈ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਬਹੁਤ ਜ਼ਰੂਰੀ, ਕਿਉਂਕਿ ਬਾਣੀ 'ਚ ਲਿਖਿਆ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹਿ, ਜਿਨ ਗੁਰੂ ਨ ਦੇਖਿਓ ਨ ਕੀਓ ਤੇ ਅਕਿਤ ਸੰਸਾਰ ਮੈਂ। ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ, ਜੇ 100 ਚੰਦਾ ਉਗਵੇ, ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਫਿਰ ਕੀ ਕਰ, ਆਪਣਾ ਗੁਰ ਸੇਵ ਸਦ ਹੀ। ਕੁਝ ਕੰਡੀਸ਼ਨਾਂ ਹਨ। ਸਦ ਹੀ ਦਾ ਮਤਲਬ ਹੈ ਹਮੇਸ਼ਾ। ਇੱਥੇ ਆ ਕੇ ਅਸੀਂ ਦੇਖਦੇ ਹਾਂ ਕਿ ਜਦੋਂ ਸਾਨੂੰ ਲੋੜ ਪੈਂਦੀ ਹੈ ਫਿਰ ਤੇ ਅਸੀਂ ਗੁਰੂ ਘਰ ਵਿੱਚ ਵੀ ਆ ਜਾਂਦੇ ਹਾਂ। ਫਿਰ ਸਾਨੂੰ ਕੋਈ ਕਹਿੰਦਾ ਜੀ ਪਾਠ ਦੱਸੋ, ਸ਼ਬਦ ਦੱਸੋ, ਫਿਰ ਅਸੀਂ ਇਹ ਲੋੜ ਦੀਆਂ ਗੱਲਾਂ ਨਹੀਂ। ਇਹਨਾਂ ਸਵਾਰਥੀ ਬਿਰਤੀਆਂ ਦਾ ਤਿਆਗ ਕਰਨਾ ਪਵੇ। ਆਪਣਾ ਗੁਰ ਸੇਵ ਸਦ ਹੀ। ਸਦ ਹੀ ਦੇ ਅਖਰੀ ਅਰਥ ਤੁਸੀਂ ਕਰ ਲਓ, ਕਿਸੇ ਤੋਂ ਪੁੱਛ ਲਓ। ਸਦ ਹੀ ਦਾ ਮਤਲਬ ਹੈ ਹਮੇਸ਼ਾ, ਹਰ ਹਾਲਤ। ਸੇਵ ਦੇ ਬੱਬੇ ਨੂੰ ਸਿਆਰੀ ਹੈ, ਸੇਵਣਾ ਕਰ। ਹੁਣ ਗੁਰੂ ਦੀ ਸੇਵਾ ਕੀ ਹੈ? ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਣਾ। ਗੁਰੂ ਜੀ ਨੇ ਤੇ ਕਿਹਾ ਵੀ ਤੁਸੀਂ 3 ਕੰਮ ਰੋਜ਼ ਕਰਿਆ ਕਰੋ। ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਆਪਣਾ ਗੁਰ ਸੇਵ ਸਦ ਹੀ, ਰਮੋ ਗੁਣ ਗੋਬਿੰਦ। ਹੁਣ ਅਸੀਂ ਫਿਰ ਆਪਣੀਆਂ ਮਜਬੂਰੀਆਂ ਤੇ ਹੁਜਤਾਂ ਦੱਸਣ ਲੱਗ ਪਏ ਨੇ। ਤੋਂ ਪਹਿਲਾਂ ਇਹ ਨਿਰਣਾ ਕਰੀਏ ਵੀ ਜ਼ਰੂਰੀ ਕੀ ਹੈ ਤੇ ਗੈਰ ਜ਼ਰੂਰੀ ਕੀ ਹੈ। ਜੇ ਤੇ ਸਦੀਵੀ ਸੁੱਖ ਚਾਹੀਦਾ, ਜੇ ਤੇ ਸਦੀਵੀ ਸਹਿਜ ਚਾਹੀਦਾ, ਜੇ ਤੇ ਸਦਾ ਲਈ ਆਨੰਦ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਫਿਰ ਆਪਣਾ ਗੁਰ ਸੇਵ ਸਦ ਹੀ, ਰਮੋ ਗੁਣ ਗੋਬਿੰਦ। ਮੈਂ ਤੇ ਕਈ ਅੰਮ੍ਰਿਤਧਾਰੀਆਂ ਨੂੰ ਪੁੱਛਦਾ, ਕਿਉਂ ਜੀ ਤੁਸੀਂ ਅੰਮ੍ਰਿਤ ਪਾਨ ਕੀਤਾ? ਬੜੇ ਮਾਣ ਨਾਲ ਕਹਿਣਗੇ ਹਾਂਜੀ ਅਸੀਂ ਅੰਮ੍ਰਿਤ ਛਕਿਆ ਹੋਇਆ। ਭਾਈ ਤੁਹਾਨੂੰ ਯਾਦ ਹੈ 5 ਪਿਆਰਿਆਂ ਨੇ ਕੀ ਕਿਹਾ ਸੀ? ਫਿਰ ਅੱਧੇ ਚੜ੍ਹ ਜਾਂਦੇ ਭੁੱਲ ਗਏ ਜੀ। ਇਹਦਾ ਮਤਲਬ ਫਿਰ ਅੰਮ੍ਰਿਤ ਛਕਿਆ ਕੀ ਹੋਇਆ? ਜਦੋਂ ਉਹਨਾਂ ਦਾ ਦਿੱਤਾ ਉਪਦੇਸ਼ ਹੀ ਯਾਦ ਨਹੀਂ। ਉਹ 5 ਗੁਰੂ ਰੂਪ ਹੋ ਕੇ ਉਪਦੇਸ਼ ਕਰਦੇ ਨੇ। ਉਹ 5 ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਪਦੇਸ਼ ਕਰਦੇ ਨੇ। ਅਤੇ ਜੋ ਗੱਲਾਂ ਉਹਨਾਂ ਨੇ ਕਹੀਆਂ ਨੇ ਜੇ ਅਸੀਂ ਯਾਦ ਨਹੀਂ ਰੱਖੀਆਂ, ਇਹ ਹੁਣ ਕਸੂਰ ਉਹਨਾਂ ਦਾ ਹੈ ਕਿ ਸਾਡਾ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਪਿਆਰਿਓ ਆਪਣਾ ਗੁਰ ਸੇਵ ਸਦ ਹੀ, ਰਮੋ ਗੁਣ ਗੋਬਿੰਦ। ਗੋਬਿੰਦ ਦੇ ਗੁਣਾਂ ਨੂੰ ਰਮਣਾ ਕਰੋ। ਯਾਦ ਰੱਖੋ, ਜਿਹੜੀ ਵਸਤੂ ਜਾਂ ਜਿਹੜੇ ਵਿਅਕਤੀ ਦੇ ਗੁਣਾਂ ਦਾ ਸਾਨੂੰ ਪਤਾ ਨਹੀਂ, ਅਸੀਂ ਉਸ ਵਸਤੂ ਦੀ ਕਦੇ ਕਦਰ ਨਹੀਂ ਕਰਦੇ। ਅਸੀਂ ਉਸ ਵਿਅਕਤੀ ਦਾ ਕਦੇ ਸਤਿਕਾਰ ਨਹੀਂ ਕਰਦੇ। ਜਦੋਂ ਸਾਨੂੰ ਕੋਈ ਉਸ ਵਸਤੂ ਦੇ ਗੁਣਾਂ ਦੀ ਜਾਣਕਾਰੀ ਦੇ ਦੇਵੇ, ਅਸੀਂ ਰੋਜ਼ ਦੇਖਦੇ ਹਾਂ ਸਭਾ ਵਿੱਚ, ਦੀਵਾਨਾਂ ਵਿੱਚ ਅਨੇਕਾਂ ਮਨੁੱਖ ਵਿਅਕਤੀ ਆ ਕੇ ਬੈਠੇ ਹੁੰਦੇ ਨੇ, ਪਰ ਜਦੋਂ ਸਟੇਜ ਤੋਂ ਇਹ ਅਨਾਊਂਸ ਕੀਤਾ ਜਾਏ ਕਿ ਇਹ ਫਲਾਣੇ ਸੱਜਣ ਸਾਡੇ ਇਲਾਕੇ ਦੇ MLA ਨੇ, ਇਹ ਮਨਿਸਟਰ ਨੇ, ਇਹ MP ਨੇ, ਇਹ DC ਨੇ, ਇਹ ਮੈਜਿਸਟ੍ਰੇਟ ਨੇ, ਕੋਈ ਵੀ, ਤਾਂ ਉਸੇ ਵੇਲੇ ਸਾਡੇ ਮਨ ਦੀ ਜਿਹੜੀ ਸੋਚ ਹੈ ਉਹਦੇ ਵਿੱਚ ਇੱਕ ਤਬਦੀਲੀ ਆਉਂਦੀ। ਇਸੇ ਤਰ੍ਹਾਂ ਗੋਬਿੰਦ ਦੇ ਗੁਣਾਂ ਨੂੰ ਰਮਣ ਕਰਕੇ ਪਤਾ ਲੱਗਦਾ ਗੋਬਿੰਦ ਕੀ ਹੈ, ਗੋਬਿੰਦ ਦੀ ਕੀ ਵਿਲੱਖਣਤਾ ਤੇ ਵਡਿਆਈ। ਪਰ ਇਹ ਕੰਮ ਰੋਜ਼ ਕਰਨਾ ਪਵੇਗਾ। ਆਪਣਾ ਗੁਰ ਸੇਵ ਸਦ ਹੀ, ਰਮੋ ਗੁਣ ਗੋਬਿੰਦ।
ਸਾਸ ਸਾਸ ਅਰਾਧ ਹਰ ਹਰ। ਹੁਣ ਸਾਸ ਦੇ ਸੱਸੇ ਨੂੰ ਸਿਆਰੀ ਹੈ, ਹਰ ਸਵਾਸ ਦੇ ਨਾਲ ਅਰਾਧ ਹਰ ਹਰ, ਉਸ ਹਰੀ ਨੂੰ ਅਰਾਧਨਾ ਕਰ। ਹਾਂ ਤੁਸੀਂ ਪੁੱਛ ਸਕਦੇ ਹੋ ਫਿਰ ਕੀ ਹੋਵੇ। ਲੈ ਜਾਏ ਮਨ ਕੀ ਚਿੰਦ, ਜਿਹੜੀ ਮਨ ਦੀ ਚਿਤਵਨੀ ਹੈ, ਚਿੰਤਾ ਹੈ, ਉਹ ਲੈ ਜਾਏ, ਦੂਰ ਹੋ ਜਾਏ, ਸਭ ਫਿਕਰ ਮੁੱਕ ਜਾਣ। ਚੱਜਾ ਚੂਰਨ ਮਿਟੈ ਤੁਮਾਰੋ, ਰਾਮ ਨਾਮ ਸਿਉ ਕਰ ਵਿਵਹਾਰੋ। ਮੇਰੇ ਮਨ ਜਾਪ ਪ੍ਰਭ ਕਾ ਨਾਉ, ਸੂਖ ਸਹਿਜ ਆਨੰਦ ਪਾਵੈ। ਮਿਲੀ ਨਿਰਮਲ ਥਾਉ ਰਾਉ, ਸਾਧ ਸੰਗ ਉਧਾਰ ਏ ਮਨ। ਹੁਣ ਦੇਖੋ ਇੱਥੇ ਮਨ ਦੇ ਨੰਨੇ ਨੂੰ ਔਂਕੜ ਹੈ, ਇੱਥੇ ਇਹ ਦੇ ਹਾਏ ਨੂੰ ਵੀ ਔਂਕੜ ਹੈ। ਕੁਝ ਪ੍ਰੇਮੀ ਇਹਨੂੰ ਇਹੋ ਪੜ੍ਹਦੇ ਨੇ, ਬਿਲਕੁਲ ਗਲਤ ਹੈ। ਇਹੋ ਉੱਥੇ ਪੜ੍ਹਨਾ ਜਿੱਥੇ ਈੜੀ ਨੂੰ ਲਾਂ ਤੇ ਹਾਏ ਨੂੰ ਹੋੜਾ ਹੋਵੇ। ਇੱਥੇ ਤਾਂ ਇਹ ਮਨ ਦੀ ਗੱਲ ਹੋ ਰਹੀ ਹੈ। ਆਖਿਆ ਸਾਧ ਸੰਗ ਉਧਾਰ ਏ ਮਨ, ਇਹ ਜਿਹੜਾ ਮਨ ਮੇਰੇ ਕੋਲ, ਤੁਹਾਡੇ ਕੋਲ, ਸਭ ਕੁਝ ਸਾਰਿਆਂ ਦੇ ਕੋਲ ਮਨ ਹੈ। ਇਸ ਨੂੰ ਗੁਰੂ ਦੀ ਸੰਗਤ ਵਿੱਚ ਆ ਕੇ ਉਧਾਰ, ਤਾਰ, ਵਿਸ਼ੇ ਵਿਕਾਰਾਂ ਤੋਂ ਬਚਾ। ਇਹਦੇ ਬਚਣ ਦਾ ਹੋਰ ਕੋਈ ਤਰੀਕਾ ਨਹੀਂ। ਰੋਜ਼ ਅਸੀਂ ਪੜ੍ਹਦੇ ਹਾਂ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਏ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਏ। ਕਰ ਸਾਧੂ ਅੰਜੁਲੀ ਪੁਨ ਵੱਡਾਏ, ਕਰ ਡੰਡੌਤ ਪੁਨ ਵੱਡਾਏ। ਸਾਧ ਸੰਗ ਉਧਾਰ ਏ ਮਨ, ਆਠ ਪਹਿਰ ਆਰਾਧ। ਮੈਂ ਤੇ ਹਮੇਸ਼ਾ ਕਹਿਣਾ, ਜਿਹੜੀ ਦਵਾਈ ਨਾਲ ਮਰੀਜ਼ ਨੂੰ ਆਰਾਮ ਆਵੇ, ਕਹਿੰਦਾ ਇਹ ਦਵਾਈ ਤਾਂ ਬਹੁਤ ਜ਼ਰੂਰੀ ਹੈ, ਇਹ ਨਹੀਂ ਮੈਂ ਛੱਡ ਸਕਦਾ। ਆਖਿਆ ਜਿਸ ਦੇ ਸਿਮਰਨ ਕਰਕੇ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇ, ਫਿਰ ਉਸ ਨੂੰ ਅੱਠੇ ਪਹਿਰ ਯਾਦ ਕਰ। ਕੋਈ ਵੀ ਸਮਾਂ ਐਸਾ ਨਾ ਆਵੇ ਜਦੋਂ ਉਹਨੂੰ ਭੁੱਲ ਜਾਏ। ਸਾਧ ਸੰਗ ਉਧਾਰ ਏ ਮਨ, ਆਠ ਪਹਿਰ ਆਰਾਧ। ਕਾਮ ਕ੍ਰੋਧ ਅਹੰਕਾਰ ਬਿਨਸੈ, ਮਿਟੈ ਸਗਲ ਉਪਾਦ। ਆਖਿਆ ਜਿਨ੍ਹਾਂ ਤੂੰ ਹਰ ਵੇਲੇ ਪੈ ਪੀਤ ਹੈ, ਕਾਮ ਤੋਂ, ਕ੍ਰੋਧ ਤੋਂ, ਅਹੰਕਾਰ ਤੋਂ, ਨਾਮ ਦੀ ਸ਼ਕਤੀ ਦੇ ਨਾਲ ਇਹ ਸਭ ਨਾਸ਼ ਹੋ ਜਾਣ। ਔਰ ਮਿਟੈ ਸਗਲ ਉਪਾਦ। ਉਪਾਦ ਦੇ ਧੱਦੇ ਨੂੰ ਸਿਆਰੀ ਉਪਾਧੀਆਂ, ਕਿਉਂਕਿ ਪਾਤਸ਼ਾਹ ਤੇ ਰੋਜ਼ ਕਹਿੰਦੇ, ਮੈਨੂੰ ਤੇ ਗੁਰੂ ਨੇ ਮੱਤ ਦਿੱਤੀ ਹੈ, ਭਾਈ ਜੇ ਤੂੰ ਪਰਮਾਤਮਾ ਦਾ ਨਾਮ ਜਪੇਂਗਾ, ਤੇਰੀਆਂ ਸਾਰੀਆਂ ਉਪਾਧੀਆਂ ਖਤਮ। ਆਖਿਆ ਜਿਸ ਹਿਰਦੇ ਵਿੱਚ, ਜਿਸ ਘਰ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਹੁੰਦਾ, ਉੱਥੇ ਉਪਾਧੀਆਂ ਨੇੜੇ ਨਹੀਂ ਆਉਂਦੀ, ਉੱਥੇ ਉਪਾਧੀਆਂ ਦੀ ਗੱਤ ਹੋ ਜਾਂਦੀ ਹੈ। ਲਓ ਹੁਣ ਤੀਜੇ ਪਦ ਵਿੱਚ ਮਹਾਰਾਜ ਉਸ ਪਰਮਾਤਮਾ ਦੇ ਗੁਣਾਂ ਦੀ ਜਾਣਕਾਰੀ ਕਰਾਉਂਦੇ। ਕਹਿੰਦੇ ਅਟਲ, ਅਛੇਦ, ਅਭੇਦ ਸੁਆਮੀ, ਸ਼ਰਣਤਾ ਕੀ ਆਓ। ਅਸਲ ਸ਼ਬਦ ਹੈ ਟਲ, ਟਲ ਜਾਣ ਵਾਲਾ। ਜਦੋਂ ਐੜਾ ਲੱਗਿਆ ਉਹ ਨੈਗੇਟਿਵ ਬਣ ਜਾਏਗਾ, ਅਟਲ ਨਾ ਟਲਣ ਵਾਲਾ। ਅਸਲ ਸ਼ਬਦ ਹੈ ਛੇਦ। ਛੇਦ ਦਾ ਆਖਰੀ ਅਰਥ ਹੈ ਕੱਟਿਆ ਜਾਣਾ। ਅਛੇਦ ਦਾ ਮਤਲਬ ਹੈ ਜਿਹੜਾ ਨਾ ਕੱਟਿਆ ਜਾਏ, ਜਿਹਦਾ ਨਾ ਨਾਸ਼ ਹੋਵੇ। ਅਭੇਦ, ਅਸਲ ਸ਼ਬਦ ਭੇਦ ਹੈ। ਐੜਾ ਲੱਗਿਆ, ਨੈਗੇਟਿਵ ਬਣ ਗਿਆ। ਇਤਨਾ ਡੂੰਘਾ ਹੈ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਸੁਆਮੀ ਕਹੀਏ ਜੋ ਸਭ ਦਾ ਮਾਲਕ ਹੈ। ਅਟਲ, ਅਛੇਦ, ਅਭੇਦ ਸੁਆਮੀ, ਸ਼ਰਣਤਾ ਕੀ ਆਓ। ਉਹਦੀ ਸ਼ਰਨ ਵਿੱਚ ਆ ਜਾਓ। ਤੇ ਕਿਆ ਸ਼ਰਨ ਵਿੱਚ ਆਉਣ ਨਾਲ ਕੀ ਹੋਵੇਗਾ?
ਸ਼ਰਨ ਵਿੱਚ ਆਉਣ ਦਾ ਤਰੀਕਾ ਵੀ ਦੱਸਦਾ ਪਾਤਸ਼ਾਹ ਨੇ। ਪਹਿਲਾਂ ਤੇ ਉਹਦੀ ਜਾਣਕਾਰੀ ਕਰਾਈ ਕਿ ਉਹ ਪਰਮਾਤਮਾ ਜਿਹੜਾ ਅਟਲ ਹੈ, ਜਿਹੜਾ ਅਛੇਦ ਹੈ, ਜਿਹੜਾ ਅਭੇਦ ਹੈ। ਦੇਖੋ ਹੋਰ ਕੋਈ ਹੈ ਐਸਾ ਜਿਹੜਾ ਨਾ ਟਲੇ, ਜਿਹੜਾ ਨਾ ਕੱਟਿਆ ਜਾਏ, ਜਿਹਦਾ ਭੇਦ ਪਾਇਆ ਨਾ? ਕੋਈ ਨਹੀਂ ਹੈ। ਇਸ ਲਈ ਗੁਰਦੇਵ ਨੇ ਫਰਮਾਇਆ, ਅਟਲ ਅਛੇਦ ਅਭੇਦ ਸੁਆਮੀ, ਸ਼ਰਨ ਤਾ ਕੀ ਆਓ, ਚਰਨ ਕਮਲ ਅਰਾਧ ਹਿਰਦੈ, ਏਕ ਸਿਉ ਲਿਵ ਲਾਓ। ਉਸ ਤੇ ਚਰਨ ਕਮਲ ਆਪਣੇ ਹਿਰਦੇ ਵਿੱਚ ਆਰਾਧਨਾ ਕਰੋ, ਸਿਮਰਨਾ ਕਰੋ, ਔਰ ਏਕ ਸਿਉ ਲਿਵ ਲਾਓ, ਇੱਕ ਦੇ ਨਾਲ ਲਿਵ ਲਾਉਣੀ ਕਰੋ। ਪਾਰ ਬ੍ਰਹਮ ਪ੍ਰਭ ਦਇਆਧਾਰੀ, ਬਖਸ਼ ਲੀਨੇ ਆਪ। ਹੁਣ ਦੇਖੋ, ਪਾਰ ਬ੍ਰਹਮ ਦੇ ਮੰਮੇ ਨੂੰ ਸਿਆਰੀ ਹੈ, ਪ੍ਰਭ ਦੇ ਪੱਬੇ ਨੂੰ ਸਿਆਰੀ ਹੈ। ਕੌਣ ਕਹਿੰਦਾ ਹੈ ਕਿ ਲਗਾ ਮਾਤਰਾ ਦੀ ਮਹੱਤਤਾ ਨਹੀਂ? ਲਗਾ ਮਾਤਰਾ ਨੂੰ ਸਮਝਣ ਤੋਂ ਬਿਨਾਂ ਅਸੀਂ ਬਾਣੀ ਦੇ ਅਰਥ ਕਦੇ ਵੀ ਠੀਕ ਨਹੀਂ ਕਰ ਸਕੋ। ਪਾਰ ਬ੍ਰਹਮ ਪ੍ਰਭ ਦਇਆਧਾਰੀ, ਜਿਨ੍ਹਾਂ ਨੇ ਗੁਰੂ ਜੀ ਇਸ ਮਤ ਨੂੰ ਮੰਨ ਲਿਆ, ਜਿਹੜੇ ਗੁਰੂ ਦੇ ਦੱਸੇ ਰਾਹ ਤੇ ਤੁਰ ਪਏ, ਉਹਨਾਂ ਤੇ ਫਿਰ ਪਾਰ ਬ੍ਰਹਮ ਨੇ, ਪ੍ਰਭੂ ਨੇ ਆਪਣੀ ਕਿਰਪਾ ਕਰ ਦਿੱਤੀ। ਪਾਰ ਬ੍ਰਹਮ ਪ੍ਰਭ ਦਇਆਧਾਰੀ, ਬਖਸ਼ ਲੀਨੇ ਆਪ। ਆਪ ਕਿਰਪਾ ਕਰਕੇ ਉਹਨਾਂ ਨੂੰ ਫਿਰ ਬਖਸ਼ ਲੈਂਦਾ। ਭਾਵੇਂ ਉਸ ਤੋਂ ਪਹਿਲਾਂ ਉਹਨਾਂ ਨੇ ਕਿੰਨੀਆਂ ਗਲਤੀਆਂ ਕੀਤੀਆਂ ਹੋਣ, ਪਾਪ ਕਰਮ ਕੀਤੇ ਹੋਣ, ਸਾਰੇ ਬਖਸ਼ੇ ਜਾਂਦੇ। ਸਰਬ ਸੁਖ ਹਰ ਨਾਮ ਦੀਆ, ਨਾਨਕ ਸੋ ਪ੍ਰਭ ਜਾਪ। ਆਖਿਆ ਨਾਨਕ ਜੀ ਫਰਮਾਉਂਦੇ ਹਨ, ਉਹ ਨਾਮ ਪਰਮਾਤਮਾ ਦਾ ਜੋ ਸਾਰੇ ਸੁੱਖ ਦੇਣ ਵਾਲਾ ਹੈ ਭਾਈ, ਸੋ ਪ੍ਰਭ ਜਾਪ, ਐਸੇ ਪ੍ਰਭੂ ਨੂੰ ਜਪਣਾ ਕਰ। ਦੇਖੋ ਗੁਰਬਾਣੀ ਦਾ ਉਪਦੇਸ਼ ਕਿਤਨਾ ਸਰਲ, ਕਿਤਨਾ ਸੁਖੈਨ ਹੈ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਜੋਗ ਨ ਭਗਵੀ ਕੱਪੜੀ, ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।